सत श्री अकाल जी। ਤੁਹਾਡਾ ਸਵਾਗਤ है जी चैनल जुगलू एजुकेशन ਵਿੱਚ। ਜਿਹੜੀ ਆਪਾਂ ਆਇਲਸ ਵਾਲੀ ਲੜੀ ਚਲਾਈ ਹੋਈ ਹੈ ਉਹਦਾ ਅੱਜ 19ਵਾਂ ਦਿਨ ਹੈ ਤੇ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਵੀ ਸਾਰੀਆਂ ਦੇਖ ਲਓ ਤਾਂ ਕਿ ਉਹ ਵੀ ਤੁਹਾਨੂੰ ਕਲੀਅਰ ਹੋ ਜਾਣ। ਤੇ ਅੱਜ ਦਾ ਆਪਣਾ ਟੌਪਿਕ ਹੈ ਰੀਡਿੰਗ ਦਾ, ਬਹੁਤ ਜ਼ਿਆਦਾ ਇੰਪੋਰਟੈਂਟ, ਟਰੂ ਫਾਲਸ ਤੇ ਨੋਟ ਗਿਵਨ। ਇਹ ਤੇ ਵੀ ਸਾਨੂੰ ਕੁਐਸਚਨਸ ਆਉਂਦੇ ਨੇ ਤੇ ਅਸੀਂ ਸਭ ਤੋਂ ਜ਼ਿਆਦਾ ਇਹਨਾਂ 'ਚ ਹੀ ਉਲਝ ਜਾਂਦੇ ਹਾਂ। ਹੈਗੇ ਚਾਹੇ ਬਹੁਤ ਸੌਖੇ ਨੇ ਕਿਉਂਕਿ ਸਾਡੇ ਕੋਲ 3 ਉੱਤਰ ਪਹਿਲਾਂ ਹੀ ਪਏ ਆ ਵੀ ਜਾਂ ਤਾਂ ਟਰੂ ਆਊ ਜਾਂ ਫਾਲਸ ਆਊ ਜਾਂ ਨੋਟ ਗਿਵਨ ਆਊ, ਤਿੰਨਾਂ 'ਚੋਂ ਇੱਕ ਆਊਗਾ। ਇਹ ਤਾਂ ਦੂਜਿਆਂ ਨਾਲੋਂ ਸੌਖੇ ਹੋਏ, ਫਿਰ ਜਿਹੜੇ ਦੂਜੇ ਨੇ ਉਹਨਾਂ 'ਚ ਸਾਨੂੰ ਕੀ ਪਤਾ ਵੀ ਕਿਹੜਾ ਉੱਤਰ ਆਊਗਾ, ਉਹ ਆ ਸਾਨੂੰ ਭਾਲਣਾ ਪੈਂਦਾ। ਇਹ ਤਾਂ ਆਪਾਂ ਕਨਫਰਮ ਹੀ ਕਰਨਾ ਵੀ ਤਿੰਨਾਂ 'ਚੋਂ ਕਿਹੜਾ ਲਿਖ ਦਈਏ, ਇਸ ਕਰਕੇ ਬੜੇ ਸੌਖੇ ਨੇ, ਇਹ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵੀ ਤਿੰਨਾਂ ਦਾ ਮਤਲਬ ਕੀ ਆ। ਟਰੂ ਦਾ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਸਹੀ, ਠੀਕ ਹੈ ਜੀ। ਤੇ ਫਾਲਸ ਦਾ ਮਤਲਬ ਹੁੰਦਾ ਗਲਤ, ਕੋਈ ਚੀਜ਼ ਗਲਤ ਹੋਣੀ। ਨੋਟ ਗਿਵਨ ਦਾ ਮਤਲਬ ਹੋ ਗਿਆ ਦੱਸਿਆ ਹੀ ਨਹੀਂ ਗਿਆ, ਇਹਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਇਹ ਹੁੰਦਾ ਨੋਟ ਗਿਵਨ, ਵੀ ਦਿੱਤਾ ਹੀ ਨਹੀਂ ਗਿਆ, ਵੀ ਉਹਦੇ 'ਚ ਮੈਂਸ਼ਨ ਨਹੀਂ ਹੈਗਾ ਇਹਦੇ ਬਾਰੇ ਕੁਛ, ਠੀਕ ਹੈ ਜੀ। ਨੋਟ ਗਿਵਨ ਆ ਗਿਆ। ਅਗਲੀ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਵੀ ਤੁਸੀਂ ਪਹਿਲਾਂ ਇੰਸਟਰਕਸ਼ਨਸ ਜ਼ਰੂਰ ਪੜ੍ਹਨੀਆਂ ਨੇ, ਵੀ ਉਹਦੇ ਵਿੱਚ ਤੁਹਾਨੂੰ ਹਦਾਇਤ ਕੀ ਦਿੱਤੀ ਹੈ। ਤੁਸੀਂ ਟਰੂ ਫਾਲਸ ਲਿਖਣਾ ਜਾਂ ਯੈਸ ਨੋ ਲਿਖਣਾ, ਜਾਂ ਕਈ ਵਾਰੀ ਅੱਗੇ ਉਹਨਾਂ ਨੇ ਹੋ ਸਕਦਾ ਐ ਵੀ ਕਹਿਤਾ ਹੋਵੇ ਵੀ ਜੇ ਟਰੂ ਆ ਤਾਂ ਟੀ ਲਿਖੋ, ਜੇ ਫਾਲਸ ਆ ਤਾਂ ਐਫ ਲਿਖੋ, ਜੇ ਨੋਟ ਗਿਵਨ ਆ ਤਾਂ ਐਨ ਜੀ ਲਿਖੋ। ਹੁਣ ਮੰਨ ਲਓ ਉਹਨਾਂ ਨੇ ਤੁਹਾਨੂੰ ਟਰੂ ਫਾਲਸ ਕਿਹਾ ਤੇ ਤੁਸੀਂ ਉੱਥੇ ਯੈਸ ਨੋ ਲਿਖਿਆ ਏ, ਕਾਲੀ ਕਾਲੀ ਤੁਸੀਂ ਦੇਖਿਆ ਵੀ ਇਹ ਟਰੂ ਫਾਲਸ ਵਾਲੇ ਨੇ ਹੈ ਨਾ, ਤੇ ਉਦੋਂ ਬਾਅਦ ਯੈਸ ਨੋ ਕਰਤਾ ਵੀ ਯੈਸ ਦਾ ਮਤਲਬ ਵੀ ਟਰੂ ਹੀ ਹੋ ਗਿਆ, ਤਾਂ ਤੁਹਾਡਾ ਉੱਤਰ ਗਲਤ ਹੋ ਜਾਊਗਾ, ਕੋਈ ਨੰਬਰ ਨਹੀਂ ਦੇਣਾ। ਤੇ ਜੇ ਉਹਨਾਂ ਨੇ ਤੁਹਾਨੂੰ ਕਿਹਾ ਯੈਸ ਨੋ ਲਿਖੋ, ਉੱਥੇ ਤੁਸੀਂ ਟਰੂ ਫਾਲਸ ਲਿਖਿਆ ਏ, ਵੀ ਤਾਂ ਟਰੂ ਫਾਲਸ ਹੁੰਦੇ ਨੇ, ਸਾਡੇ ਦਿਮਾਗ 'ਤੇ ਚੜ੍ਹਿਆ ਹੁੰਦਾ, ਆਪਾਂ ਟਰੂ ਫਾਲਸ ਲਿਖਤਾ, ਆਪਾਂ ਧਿਆਨ ਨਹੀਂ ਰੱਖਿਆ, ਤਾਂ ਵੀ ਤੁਹਾਡਾ ਉੱਤਰ ਗਲਤ, ਤੁਹਾਨੂੰ ਕੋਈ ਨੰਬਰ ਨਹੀਂ ਮਿਲਣਾ, ਠੀਕ ਹੈ ਜੀ। ਇਸ ਕਰਕੇ ਇੰਸਟਰਕਸ਼ਨਸ ਪਹਿਲਾਂ ਤਾਂ ਪੜ੍ਹ ਲਿਓ ਵੀ ਅਸੀਂ ਕੀ ਲਿਖਣਾ, ਉਹ 'ਤੇ ਅਮਲ ਕਰਿਓ, ਫਿਰ ਅੱਗੇ ਵਧਣਾ ਆਪਾਂ। ਪਹਿਲੀ ਗੱਲ ਤਾਂ ਹੋ ਗਈ ਇਹ। ਦੂਜੀ ਗੱਲ ਆ ਗਈ ਆਪਣੇ ਕੋਲੇ ਵੀ ਜਿਹੜਾ ਟਰੂ ਆ ਉਹਦਾ ਕੀ ਮਤਲਬ ਹੋਇਆ। ਜੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੈ ਵੀ ਦੱਸੋ ਇਹ ਟਰੂ ਆ ਕਿ ਫਾਲਸ ਆ, ਫਿਰ ਆਪਾਂ ਉਹ ਸਟੇਟਮੈਂਟ ਪੜ੍ਹ ਕੇ ਪਹਿਲਾਂ, ਹੈ ਨਾ, ਪਹਿਲਾ ਕੰਮ ਆਪਾਂ ਇਹ ਕਰਨਾ, ਉਹ ਸਟੇਟਮੈਂਟ ਪੜ੍ਹ ਕੇ ਉਹਦਾ ਮਤਲਬ ਸਮਝ ਕੇ ਫਿਰ ਆਪਾਂ ਜਾਂਦੇ ਹੁੰਦੇ ਹਾਂ ਪੈਰਾਗ੍ਰਾਫ 'ਚ। ਪੈਰਾਗ੍ਰਾਫ 'ਚ ਉਹ ਸਟੇਟਮੈਂਟ ਨੂੰ ਆਪਾਂ ਲੋਕੇਟ ਕਰਦੇ ਹਾਂ ਵੀ ਆਹ ਪਈ ਹੈ, ਫਿਰ ਦੇਖਦੇ ਹਾਂ ਜੇ ਤਾਂ 100% ਸੇਮ ਆ, ਵੀ ਜਮਾਂ ਹੀ ਨਾਲ ਮਤਲਬ ਮੈਚ ਹੋ ਗਿਆ, ਤਾਂ ਟਰੂ ਆ। ਹੁਣ ਕਈ ਵਾਰੀ ਕੀ ਹੁੰਦਾ ਸਿਨੋਨਿਮਸ ਲੱਗੇ ਹੁੰਦੇ ਨੇ, ਤਾਂ ਫਿਰ ਉੱਥੇ ਮਤਲਬ ਉਹ ਜਿਹੜੇ ਆਪਾਂ ਨੂੰ ਵਾਕ ਦੇ ਵਿੱਚ ਸ਼ਬਦ ਦਿੱਤੇ ਆ ਉਹਨਾਂ ਦੇ ਵਰਗਾ ਮਤਲਬ ਜਿਹੜਾ ਦੂਜੇ ਸ਼ਬਦ ਦਾ ਹੁੰਦਾ ਉਹ ਲਿਖਿਆ ਹੁੰਦਾ, ਫਿਰ ਆਪਾਂ ਵੀ ਉੱਥੇ ਉਲਝਣਾ ਨਹੀਂ, ਆਪਾਂ ਦੇਖ ਲੈਣਾ ਵੀ ਹਾਂ ਬਈ ਇਹ ਤਾਂ ਇਹਦਾ ਸਿਨੋਨਿਮ ਹੋ ਗਿਆ, ਤਾਂ ਫਿਰ ਵੀ ਇਹ ਸਟੇਟਮੈਂਟ ਟਰੂ ਆ, ਇਹ ਵੀ ਆਪਾਂ ਲੋਕੇਟ ਕਰ ਲੈਣੇ ਆ। ਤੇ ਅਗਲੀ ਗੱਲ ਆ ਗਈ ਸਟੇਟਮੈਂਟ ਐਗਰੀ ਕਰਦੀ ਆ। ਇੱਥੇ ਆਪਾਂ ਨੂੰ ਕੋਈ ਗੱਲ ਕਹੀ ਹੁੰਦੀ ਆ, ਸਟੇਟਮੈਂਟ ਉਹਨੂੰ ਐਗਰੀ ਕਰਦੀ ਆ ਜਾਂ ਉਹਦੇ ਨਾਲ ਸਹਿਮਤ ਹੁੰਦੀ ਆ, ਫਿਰ ਵੀ ਆਪਾਂ ਇਹਨੂੰ ਟਰੂ ਲਿਖ ਦਾਂਗੇ। ਇਹ ਦੇਖੋ ਤਿੰਨੇ ਗੱਲਾਂ ਤੁਸੀਂ ਧਿਆਨ 'ਚ ਰੱਖਣੀਆਂ, ਇਹਨਾਂ ਸਾਰੀਆਂ ਗੱਲਾਂ 'ਚੋਂ ਜੇ ਕੋਈ ਗੱਲ ਹੈਗੀ ਆ ਤਾਂ ਸਟੇਟਮੈਂਟ ਨੂੰ ਆਪਾਂ ਟਰੂ ਲਿਖ ਦੇਣਾ, ਠੀਕ ਹੈ ਜੀ, ਮਤਲਬ ਇਹ ਗੱਲ ਸੱਚ ਹੈ। ਤੇ ਅੱਗੇ ਆ ਗਿਆ ਆਪਣੇ ਕੋਲ ਫਾਲਸ, ਗਲਤ। ਫਾਲਸ ਕੀ ਹੁੰਦਾ ਜਦੋਂ ਆਪਾਂ ਨੂੰ ਜਿਹੜੀ ਸਟੇਟਮੈਂਟ ਦਿੱਤੀ ਆ ਹੈ ਨਾ ਉਹਦੇ ਉਲਟ ਸਟੇਟਮੈਂਟ ਪੈਰਾਗ੍ਰਾਫ 'ਚ ਪਈ ਹੋਵੇ, ਮਤਲਬ ਉਹਦਾ ਮਤਲਬ ਉਲਟ ਹੋਵੇ। ਹੁਣ ਦੇਖੋ ਆਪਾਂ ਨੂੰ ਇੱਥੇ ਕੀ ਗੱਲ ਕਹੀ ਆ, ਪੈਰਾਗ੍ਰਾਫ 'ਚ ਉਹਦੇ ਉਲਟ ਕਹੀ ਆ, ਤਾਂ ਇਹਦਾ ਮਤਲਬ ਇਹ ਆਪਾਂ ਫਾਲਸ ਹੀ ਲਿਖਾਂਗੇ, ਗਲਤ ਲਿਖਾਂਗੇ, ਹੈ ਨਾ, ਵੀ ਇਹ ਤਾਂ ਗਲਤ ਆ ਗੱਲ ਭਾਈ, ਇੱਥੇ ਗੱਲ ਹੋਰ ਹੋਈ ਹੋਈ ਆ ਪੈਰਾਗ੍ਰਾਫ 'ਚ, ਇੱਥੇ ਹੋਰ ਹੋ ਗਈ। ਤੇ ਅੱਗੇ ਆ ਗਈ ਕੰਟਰਾਡਿਕਸ਼ਨ, ਵੀ ਆਪਦੀ ਵੀ ਗੱਲ ਨੂੰ ਕੱਟ ਦੇਣਾ, ਇੱਕ ਗੱਲ ਨੂੰ ਕੱਟ ਦੇਣਾ ਜਿਹੜੀ ਤਾਂ ਹੋ ਰਹੀ ਆ। ਮੰਨ ਲਓ ਪੈਰਾਗ੍ਰਾਫ 'ਚ ਤਾਂ ਗੱਲ ਹੋ ਰਹੀ ਹੈ ਵੀ ਇਹ ਜਿਹੜਾ ਬੀਚ ਆ ਬੜਾ ਸੁੰਦਰ ਆ, ਹੈ ਨਾ, ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਲੋਕ ਕਰੇਜ਼ੀ ਨੇ ਇਹਦੇ ਲਈ, ਤੇ ਥੱਲੇ ਕਹਿਤਾ ਵੀ ਬੀਚ 'ਤੇ ਨੰਬਰ ਆਫ ਵਿਜ਼ਟਰਸ ਨੇ ਜਿਹੜੇ ਉਹ ਬਹੁਤ ਘੱਟ ਨੇ, ਗੱਲ ਹੀ ਕੱਟਦੀ, ਹੈ ਨਾ, ਕੰਟਰਾਡਿਕਸ਼ਨ ਆ ਗਈ। ਇਸ ਕਰਕੇ ਫਿਰ ਵੀ ਆਪਾਂ ਫਾਲਸ ਲਿਖਾਂਗੇ। ਤੇ ਤੀਜੇ ਨੰਬਰ 'ਤੇ ਸਟੇਟਮੈਂਟ ਡਿਸਐਗਰੀਜ਼। ਮੰਨ ਲਓ ਆਪਾਂ ਨੂੰ ਜਿਹੜੀ ਸਟੇਟਮੈਂਟ ਆ ਦਿੱਤੀ ਆ, ਪ੍ਰਸ਼ਨ ਪੁੱਛਿਆ ਹੈਗਾ ਵੀ ਇਹ ਟਰੂ ਆ ਫਾਲਸ ਆ ਨੋਟ ਗਿਵਨ ਆ, ਉਹ ਪੈਰਾਗ੍ਰਾਫ 'ਚ ਲਿਖੀ ਗੱਲ ਨਾਲ ਸਹਿਮਤ ਨਹੀਂ ਆ। ਪੈਰਾਗ੍ਰਾਫ 'ਚ ਜਿਹੜੀਆਂ ਗੱਲਾਂ ਹੋ ਰਹੀਆਂ ਉਹਦੇ ਨਾਲ ਸਹਿਮਤ ਹੀ ਨਹੀਂ ਆ, ਡਿਸਐਗਰੀ ਹੋ ਰਹੀ ਆ, ਫਿਰ ਵੀ ਆਪਾਂ ਲਿਖਾਂਗੇ ਫਾਲਸ। ਤੇ ਤੀਜੇ ਨੰਬਰ 'ਤੇ ਆ ਗਿਆ ਆਪਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ, ਜਿਹਦੇ 'ਚ ਆਪਾਂ ਸਭ ਤੋਂ ਵੱਧ ਵਾਰੀ ਉਲਝਦੇ ਹਾਂ, ਉਹ ਹੈ ਨੋਟ ਗਿਵਨ, ਵੀ ਨਹੀਂ ਦੱਸਿਆ ਗਿਆ, ਇਹਦੀ ਇਨਫੋਰਮੇਸ਼ਨ ਪੈਰਾਗ੍ਰਾਫ 'ਚ ਹੈ ਹੀ ਨਹੀਂ। ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਇੱਕ ਹੋ ਗਿਆ ਵੀ ਮਿਸਿੰਗ, ਜਿਹੜੀ ਆਪਾਂ ਨੂੰ ਸਟੇਟਮੈਂਟ ਥੱਲੇ ਦਿੱਤੀ ਆ, ਪ੍ਰਸ਼ਨ ਦਿੱਤਾ, ਉਹਦੇ ਵਰਗੀ ਕੋਈ ਹੋਰ ਗੱਲ ਹੈ ਹੀ ਨਹੀਂ ਪੈਰਾਗ੍ਰਾਫ 'ਚ, ਮਿਸਿੰਗ ਹੀ ਆ, ਸਿੱਧੀ ਮਿਸ ਹੋ ਗਈ, ਤਾਂ ਫਿਰ ਆਪਾਂ ਸਿੱਧਾ ਨੋਟ ਗਿਵਨ ਲਿਖ ਦਾਂਗੇ। ਪਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਵੀ ਤੁਹਾਨੂੰ ਸਿੱਧਾ ਮਿਸਿੰਗ ਵਾਲੀ ਗੱਲ ਹੀ ਆ ਜੇ, ਤੁਹਾਨੂੰ ਆਊਗਾ ਪਾਰਸ਼ੀਅਲ ਵਾਲਾ, ਜ਼ਿਆਦਾ ਚਾਂਸਿਸ ਇਹੀ ਹੁੰਦੇ ਕਿਉਂਕਿ ਉਹਨਾਂ ਨੇ ਆਪਾਂ ਨੂੰ ਉਲਝਾਉਣਾ।
ਜਿਹੜੀ ਇਨਫੋਰਮੇਸ਼ਨ ਆ ਉਹ ਅੱਧੀ ਪਚੱਧੀ ਦਿੱਤੀ ਹੁੰਦੀ ਆ ਪਾਰਸ਼ੀਅਲ। ਪੈਰਾਗ੍ਰਾਫ 'ਚ ਅੱਧੀ ਕੁ ਇਨਫੋਰਮੇਸ਼ਨ ਦਿੱਤੀ ਹੋਊਗੀ ਜਾਂ ਸਟੇਟਮੈਂਟ 'ਚ ਅੱਧੀ ਕੁ ਇਨਫੋਰਮੇਸ਼ਨ ਹੋਊਗੀ, ਤੇ ਜਦੋਂ ਅੱਧੀ ਇਨਫੋਰਮੇਸ਼ਨ ਵਾਲਾ ਕੇਸ ਆ ਜੇ ਉੱਥੇ ਵੀ ਆਪਾਂ ਨਾਟ ਗਿਵਨ ਹੀ ਲਾਉਣੇ ਹੁੰਦੇ ਆ। ਤੇ ਤੀਜੀ ਗੱਲ ਆ ਗਈ ਇੰਪੋਸੀਬਲ ਟੂ ਸੇ, ਕੋਈ ਜਿਹੀ ਸਟੇਟਮੈਂਟ ਆ ਗਈ ਜਿਹਦੇ ਬਾਰੇ ਆਪਾਂ ਕੁਝ ਕਹਿ ਹੀ ਨਹੀਂ ਸਕਦੇ, ਉੱਥੇ ਵੀ ਆਪਾਂ ਨਾਟ ਗਿਵਨ ਹੀ ਵਰਤਦੇ ਆ। ਇਹ ਤਿੰਨੇ ਸੀਗੇ ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਇੰਟਰੋਡਕਸ਼ਨ ਦੇਣੀ ਬਹੁਤ ਜ਼ਰੂਰੀ ਸੀ, ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਕਿੱਥੇ ਕਿੱਥੇ ਆਪਾਂ ਇਹ ਵਰਤਣੇ ਨੇ। ਇਹ ਦੋਨੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਵਰਤ ਲਓਗੇ, ਪੰਗਾ ਪੈਂਦਾ ਨਾਟ ਗਿਵਨ 'ਚ। ਇਸ ਕਰਕੇ ਇਹ ਤਿੰਨੇ ਪੁਆਇੰਟਸ ਦਾ ਖਿਆਲ ਰੱਖਿਓ, ਤੁਹਾਡਾ ਕਦੇ ਵੀ ਗਲਤ ਨਹੀਂ ਹੋਊਗਾ। ਤੇ ਅਗਲੀ ਜ਼ਰੂਰੀ ਗੱਲ ਇਹ ਆ ਵੀ ਆਪਾਂ ਆਪਦਾ ਦਿਮਾਗ ਬਿਨਾਂ ਗੱਲ ਤੋਂ ਅੱਗੇ ਅੱਗੇ ਨਹੀਂ ਚਲਾਉਣਾ ਹੁੰਦਾ, ਵੀ ਜੇ ਆਹ ਗੱਲ ਹੋਊਗੀ ਤਾਂ ਆ ਵੀ ਤਾਂ ਹੋਊਗੀ। ਇਸ ਕਰਕੇ ਆਪਾਂ ਖਿਆਲ ਰੱਖਣਾ ਵੀ ਜਿੰਨੀ ਕੁ ਸਾਨੂੰ ਸਟੇਟਮੈਂਟ ਦਿੱਤੀ ਆ ਆਪਾਂ ਉਹਦੇ 'ਤੇ ਗੌਰ ਕਰੀਏ, ਜਿੰਨਾ ਕੁ ਸਾਨੂੰ ਪੈਰਾਗ੍ਰਾਫ 'ਚ ਇਨਫੋਰਮੇਸ਼ਨ ਦਿੱਤੀ ਆ ਆਪਾਂ ਉਹਦੇ 'ਤੇ ਗੌਰ ਕਰੀਏ। ਠੀਕ ਹੈ ਜੀ। ਹੁਣ ਆਪਾਂ ਨਾ ਇੱਕ ਉਦਾਹਰਨ ਲੈ ਲੈਂਦੇ ਹਾਂ, ਜਿਵੇਂ ਮੰਨ ਲਓ ਇੱਕ ਕਿਤੇ ਮੈਂ ਪੜ੍ਹਿਆ ਸੀਗਾ, ਉਹ ਜੈਕਟਸ ਤੋਂ ਹੀ ਚਲੋ ਸ਼ੁਰੂ ਕਰ ਦਿੰਦੇ ਹਾਂ। ਜੈਕਟ ਪ੍ਰੋਟੈਕਟਸ ਫਰੋਮ ਵਿੰਡ 4 ਸਾਈਜ਼ਸ ਸਟਰੋਂਗ ਪੌਕਟਸ। ਠੀਕ ਹੈ ਜੀ, ਇਹ ਤਾਂ ਸੀਗਾ ਪੈਰਾਗ੍ਰਾਫ 'ਚ। ਤੇ ਅੱਗੇ ਜੋ ਸਟੇਟਮੈਂਟ ਸੀਗੀ ਜਿਹਦਾ ਆਪਾਂ ਟਰੂ ਫਾਲਸ ਨਾਟ ਗਿਵਨ ਲਿਖਣਾ ਸੀ, ਉਹ ਸੀ ਦਿਸ ਜੈਕਟ ਹੈਜ਼ 4 ਸਟਰੋਂਗ ਪੌਕਟਸ। ਹੁਣ ਆਪਾਂ ਸਟੇਟਮੈਂਟ ਪੜ੍ਹ ਲਈ ਤੇ ਤੋਂ ਸਮਝ ਲਿਆ ਆਈਡੀਆ ਹੈ ਨਾ। 4 ਸਟਰੋਂਗ ਪੌਕਟਸ, ਵੀ ਇਹ ਜਿਹੜੀ ਜੈਕਟ ਆ ਉਹਦੇ 4 ਜੇਬਾਂ ਨੇ ਤਗੜੀਆਂ ਪੂਰੀਆਂ ਸਟਰੋਂਗ। ਆਪਾਂ ਕੀ ਕਰਾਂਗੇ, ਆਪਾਂ ਜਾ ਕੇ ਪੈਰਾਗ੍ਰਾਫ 'ਚ ਲੱਭਣ ਲੱਗਾਂਗੇ, ਪੈਰਾਗ੍ਰਾਫ 'ਚ ਆਹ ਲਾਈਨ ਪਈ ਆ, ਤੇ ਇੱਥੇ ਦੇਖਣ ਵੇਲੇ ਆਪਾਂ ਕਰ ਜਾਾਂਗੇ ਕਾਹਲੀ, ਪੂਰਾ ਧਿਆਨ ਆਪਾਂ ਨਹੀਂ ਦੇਵਾਂਗੇ, ਤੇ ਪੰਗਾ ਕੀ ਪੈ ਜਾਊਗਾ, ਆਪਾਂ ਇਹਨੂੰ ਲਿਖ ਦਾਂਗੇ ਟਰੂ। ਠੀਕ ਹੈ ਜੀ, ਕਿਉਂ? ਕਿਉਂਕਿ ਦੇਖੋ ਜੈਕਟ ਪ੍ਰੋਟੈਕਟਸ ਫਰੋਮ ਵਿੰਡ 4 ਸਾਈਜ਼ਸ ਸਟਰੋਂਗ ਪੌਕਟਸ, ਉਹਨਾਂ ਨੇ ਸਾਈਜ਼ ਦੇ ਅੱਗੇ ਚੌਕਾ ਲਿਖਿਆ ਹੋਇਆ, ਸਟਰੋਂਗ ਪੌਕਟਸ ਦੇ ਅੱਗੇ ਨਹੀਂ ਲਿਖਿਆ, ਪਰ ਆਪਾਂ ਉਹਨੂੰ ਸਮਝ ਜਾਾਂਗੇ ਵੀ ਪੌਕਟਸ ਵੀ 4 ਹੀ ਹੋਣਗੀਆਂ, ਕਾਹਲੀ ਕਾਹਲੀ 'ਚ ਆਪਾਂ ਲਿਖ ਜਾਾਂਗੇ ਟਰੂ, ਵੀ ਠੀਕ ਹੈ ਬਈ। ਪਰ ਇਹ ਗੱਲ ਦਾ ਖਿਆਲ ਰੱਖਣਾ, ਸਾਈਜ਼ ਤੋਂ ਬਾਅਦ ਕੌਮਾ ਆ ਗਿਆ, ਸਟਰੋਂਗ ਪੌਕਟਸ ਅੱਗੇ। ਉਹ ਇਹ ਦੱਸ ਰਹੇ ਨੇ ਵੀ ਉਹ ਜਿਹੜੀ ਜੈਕਟ ਆ ਉਹਦੇ 4 ਸਾਈਜ਼ ਨੇ ਤੇ ਸਟਰੋਂਗ ਪੌਕਟਸ ਨੇ, ਕਿੰਨੀਆਂ ਨੇ ਇਹਦੇ ਬਾਰੇ ਨਹੀਂ ਦੱਸਿਆ ਆਪਾਂ ਨੂੰ। ਹੁਣ ਦੇਖੋ ਆਪਾਂ ਕੀ ਕਰਾਂਗੇ, ਟਰੂ ਦਾ ਮਤਲਬ ਕੀ ਹੁੰਦਾ ਵੀ 100% ਸੇਮ ਇਨਫੋਰਮੇਸ਼ਨ, ਚਲੋ ਸਿਨੋਨਿਮਸ ਹੋ ਸਕਦੇ ਨੇ। ਆਪਾਂ ਇੱਥੋਂ ਦੇਖਾਂਗੇ ਵੀ 100% ਸੇਮ ਇਨਫੋਰਮੇਸ਼ਨ ਹੈਗੀ ਆ ਕਿ ਨਾ। ਜੇ ਤਾਂ ਆਪਾਂ ਇਹੀ ਦੇਖ ਕੇ ਕਾਹਲੀ 'ਚ ਤਾਂ ਆਪਾਂ ਟਰੂ ਕਰ ਦਾਂਗੇ ਵੀ ਹਾਂ ਸੇਮ ਆ, ਵੀ ਇੱਥੇ ਵੀ ਲਿਖਿਆ ਹੋਇਆ ਹੈ ਨਾ। ਪਰ ਜੇ ਆਪਾਂ ਧਿਆਨ ਦੇਤਾ ਵੀ 4 ਸਟਰੋਂਗ ਪੌਕਟਸ, ਇੱਥੇ ਅੱਗੇ ਤਾਂ ਵੀ ਕੁਝ ਵੀ ਨਹੀਂ ਲੱਗਿਆ, ਕੱਲਾ ਸਟਰੋਂਗ ਪੌਕਟਸ ਲਿਖਿਆ, ਫਿਰ ਆਪਾਂ ਕਹਾਂਗੇ ਵੀ ਇਹ ਟਰੂ ਤਾਂ ਹੈ ਨਹੀਂ। ਉਦੋਂ ਬਾਅਦ ਜਾਵਾਂਗੇ ਆਪਾਂ ਫਾਲਸ ਦੇ, ਵੀ ਇਹਦੇ ਆਪੋਜ਼ਿਟ ਲਿਖਿਆ ਹੋਇਆ, ਕੰਟਰਾਡਿਕਸ਼ਨ ਜਾਂ ਡਿਸਐਗਰੀ ਆ, ਆਪਾਂ ਦੇਖਾਂਗੇ ਵੀ ਇਹਦੇ ਉਲਟ ਵੀ ਨਹੀਂ ਲਿਖਿਆ। ਉਹਦੇ ਉਲਟ ਤਾਂ ਲਿਖਿਆ ਹੁੰਦਾ ਵੀ ਜੇ ਉੱਥੇ ਆਇਆ ਹੁੰਦਾ ਨੋ ਪੌਕਟਸ, ਵੀ ਪੌਕਟਸ ਤਾਂ ਹੈਗੀਆਂ ਨੇ ਪਰ ਇੱਥੇ 4 ਦਿੱਤਾ, ਉੱਥੇ ਆਪਾਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਨਹੀਂ। ਹੁਣ ਆਪਾਂ ਅੱਗੇ ਚੱਲਦੇ ਹਾਂ, ਨੋ ਇਨਫੋਰਮੇਸ਼ਨ। ਠੀਕ ਹੈ ਜੀ, ਜਾਂ ਇਨਫੋਰਮੇਸ਼ਨ ਮਿਸਿੰਗ ਜਾਂ ਪਾਰਸ਼ੀਅਲ ਜਾਂ ਇੰਪੋਸੀਬਲ ਟੂ ਸੇ। ਆਪਾਂ ਕਹਿ ਤਾਂ ਨਹੀਂ ਸਕਦੇ, ਇੰਪੋਸੀਬਲ ਟੂ ਸੇ ਹੀ ਹੋ ਗਿਆ ਇਹ। ਆਪਾਂ ਨੂੰ ਉਹਨਾਂ ਨੇ ਕਹਿਤਾ ਵੀ 4 ਜੇਬਾਂ ਨੇ, ਹੁਣ ਉੱਥੇ ਉਹਨੇ ਕਹਿਤਾ ਸਟਰੋਂਗ ਪੌਕਟਸ, ਕਿਹਾ ਤਾਂ ਉਹਨੇ ਵੀ 1 ਤੋਂ ਵੱਧ ਜੇਬਾਂ ਨੇ, ਪਰ ਐਂ ਤਾਂ ਨਹੀਂ ਪਤਾ ਵੀ 2 ਨੇ 3 ਨੇ 4 ਨੇ 5 ਨੇ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਮਤਲਬ ਇਨਫੋਰਮੇਸ਼ਨ ਮਿਸਿੰਗ ਆ ਜਾਂ ਕਹਿ ਲਓ ਪਾਰਸ਼ੀਅਲ ਆ। ਇਸ ਕਰਕੇ ਆਪਾਂ ਟਰੂ ਫਾਲਸ ਨੂੰ ਛੱਡ ਕੇ ਇੱਥੇ ਲਿਖਾਂਗੇ ਨਾਟ ਗਿਵਨ। ਮੈਨੂੰ ਲੱਗਦਾ ਵੀ ਇਹ ਤਾਂ ਤੁਹਾਨੂੰ ਕਲੀਅਰ ਜਿਹਾ ਹੋ ਗਿਆ ਹੋਊਗਾ, ਹਾਂ ਵੀ ਨਾਟ ਗਿਵਨ ਕਿੱਥੇ ਲਿਖਣਾ, ਵੀ ਅਸੀਂ ਬਿਨਾਂ ਗੱਲ ਤੋਂ ਆਪਦਾ ਹੀ ਦਿਮਾਗ ਨਹੀਂ ਲਾਉਣਾ। ਆਪਾਂ ਜੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਤਾਂ ਨਾਟ ਗਿਵਨ ਲਿਖ ਦਿਓ, ਆਪਾਂ ਅੱਗੇ ਅੱਗੇ ਕਿਉਂ ਲਿੰਕ ਬਣਾਉਣੇ ਨੇ, ਲਿਖਤਾ ਨਾਟ ਗਿਵਨ। ਤੇ ਪਰਸੋਂ ਕੀ ਹੋਇਆ, ਇੱਕ ਸਟੂਡੈਂਟ ਨੇ ਮੈਨੂੰ 3 ਫੋਟੋਆਂ ਭੇਜੀਆਂ, ਉਹ 'ਤੇ ਨਾ ਕੁਝ ਵਰਡਸ ਲਿਖੇ ਹੋਏ ਸੀ, ਤੇ ਇੱਕ ਸੀ ਟਰੂ, ਇੱਕ ਸੀ ਫਾਲਸ, ਇੱਕ ਸੀ ਨਾਟ ਗਿਵਨ। ਉਹ ਕਹਿੰਦੇ ਵੀ ਜੇ ਆਹ ਵਰਡਸ ਆ ਜਾਣ ਤਾਂ ਟਰੂ ਲਿਖ ਦਿਓ, ਆ ਜਾਣ ਫਾਲਸ ਲਿਖ ਦਿਓ, ਆ ਜਾਣ ਨਾਟ ਗਿਵਨ ਲਿਖ ਦਿਓ। ਇਹ ਤਾਂ ਪਹਿਲੀ ਗੱਲ ਸੁਣਨ 'ਚ ਹੀ ਫਨੀ ਲੱਗਦਾ, ਇਹੋ ਜਿਹੀਆਂ ਗੱਲਾਂ 'ਤੇ ਤੁਸੀਂ ਕੋਈ ਵਿਸ਼ਵਾਸ ਨਹੀਂ ਕਰਨਾ, ਐਂ ਨਹੀਂ ਹੁੰਦਾ। ਇਹ ਸ਼ਬਦਾਂ ਜਿਹਾਂ ਦਾ ਕੋਈ ਵਜੂਦ ਨਹੀਂ। ਜਿਹੜੀ ਮੇਨ ਗੱਲ ਆ ਉਹ ਆ ਕੀ ਆਈਡੀਆ, ਉਹ ਜਿਹੜੀ ਸਟੇਟਮੈਂਟ ਲਿਖੀ ਆ ਉਹ ਤੋਂ ਸਾਨੂੰ ਕੀ ਜਾਣਕਾਰੀ ਮਿਲ ਰਹੀ ਆ, ਉਹਦਾ ਆਈਡੀਆ ਕੀ ਆ, ਅਸੀਂ ਉਹਦਾ ਮਤਲਬ ਸਮਝਣਾ, ਫਿਰ ਅੱਗੇ ਜਾ ਕੇ ਪੈਰਾਗ੍ਰਾਫ 'ਚ ਚੈੱਕ ਕਰਕੇ ਆਪਾਂ ਉਹਦਾ ਉੱਤਰ ਦੇਣਾ ਹੁੰਦਾ। ਇਹ ਸ਼ਬਦਾਂ ਨੂੰ ਯਾਦ ਕਰਨ ਨਾ ਬਹਿ ਜਾਓ ਵੀ ਜੇ ਆ ਗਿਆ ਤਾਂ ਮੈਂ ਟਰੂ ਫਾਲਸ ਨਾਟ ਗਿਵਨ ਲਿਖ ਦੂੰ। ਹੁਣ ਜੇ ਇੰਨਾ ਹੀ ਤੁਸੀਂ ਆਹੀ ਐਡਾ ਹੀ ਜਮਾਂ ਹੀ ਘਟੀਆ ਜਿਹਾ ਜਗਾੜ ਲਾਉਣਾ ਤਾਂ ਐਂ ਕਰ ਲਓ, ਫਿਰ ਐਂ ਕਰੋ, ਮੰਨ ਲਓ ਤੁਹਾਨੂੰ 4 ਜਾਂ 5 ਪ੍ਰਸ਼ਨ ਦਿੱਤੇ ਆ, ਸਾਰਿਆਂ ਦੀ ਟਰੂ ਲਿਖਿਆਓ। ਇਹਦੇ ਨਾਲ ਵੀ ਵੱਧ ਤੋਂ ਵੱਧ ਤੁਹਾਡਾ ਇੱਕ ਅੱਧਾ ਹੀ ਠੀਕ ਜਾਣਾ, ਹੋ ਸਕਦਾ ਇਹਦੇ ਨਾਲ ਵੀ ਇੱਕ ਅੱਧਾ ਠੀਕ ਵਗ ਜੇ। 4 ਕੁਐਸਚਨਸ ਨੇ ਸਾਰੇ ਟਰੂ ਕਰ ਜਾਂਦੇ, ਇੱਕ ਅੱਧਾ ਤਾਂ ਠੀਕ ਵਗ ਹੀ ਜਾਊਗਾ।
ਇਹੋ ਜਿਹਾ ਤਰੀਕਾ ਜਿਹਾ ਆਪਾਂ ਬਿਲਕੁਲ ਨਹੀਂ ਅਪਣਾਉਣਾ। ਆਪਾਂ ਆਪਦਾ ਸਹੀ ਤਰੀਕਾ ਅਪਣਾਉਣਾ ਜਿਹਦੇ ਨਾਲ ਆਪਣੇ ਚਾਂਸ ਬਣਨ ਵੀ ਆਪਾਂ ਸਾਰੇ ਠੀਕ ਕਰ ਦਈਏ। ਠੀਕ ਹੈ ਜੀ, ਕੋਈ ਤੁੱਕੇ ਤੱਕੇ ਵਾਲੀ ਗੱਲ ਨਾ ਆਵੇ। ਤੇ ਹੁਣ ਗੱਲ ਨਿਕਲ ਕੇ ਆਉਂਦੀ ਆ ਵੀ ਜਿਹੜੀ ਸਾਡੀ ਮੇਨ ਗੱਲ ਆ ਉਹ ਕੀ ਮੈਟਰ ਕਰਦੀ ਆ, ਉਹ ਹੈ ਕੀ ਆਈਡੀਆ ਜਾਂ ਮੇਨ ਆਈਡੀਆ। ਵੀ ਇਹ ਜਿਹੜੀ ਸਟੇਟਮੈਂਟ ਆ ਇਹ ਸਾਨੂੰ ਕੀ ਦੱਸ ਰਹੀ ਆ, ਕੀ ਸਾਨੂੰ ਕਹਿਣਾ ਚਾਹੁੰਦੀ ਹੈ, ਇਹਦਾ ਮਤਲਬ ਕੀ ਆ। ਅਸੀਂ ਉਹਨੂੰ ਪੜ੍ਹ ਕੇ ਸਮਝ ਲੈਣਾ, ਫਿਰ ਆਪਾਂ ਪੈਰਾਗ੍ਰਾਫ ਨਾਲ ਕੰਪੇਅਰ ਕਰਨਾ। ਅਸੀਂ ਕਈ ਵਾਰੀ ਕੀ ਹੁੰਦਾ ਇਹ ਵੀ ਸੁਣਿਆ ਹੁੰਦਾ ਵੀ ਹਾਂ ਆਪਾਂ ਕੀਵਰਡਸ ਕੱਢ ਲੈਂਦੇ ਹਾਂ। ਕੋਈ ਗੱਲ ਨਹੀਂ, ਤੁਸੀਂ ਕੀਵਰਡਸ ਕੱਢਦੇ ਹੋ ਤਾਂ ਕੀਵਰਡਸ ਵੀ ਕੱਢ ਲਓ, ਪਰ ਇਹ ਸਭ ਤੋਂ ਇੰਪੋਰਟੈਂਟ ਸਟੈਪ ਆ। ਪਹਿਲੇ ਨੰਬਰ 'ਤੇ ਤਾਂ ਇਹ ਹੀ ਰੱਖਣਾ ਹੈ ਕੀਵਰਡਸ। ਕੋਈ ਗੱਲ ਨਹੀਂ, ਜੇ ਤੁਸੀਂ ਕੱਢਣਾ ਤਾਂ ਕੱਢ ਲਓ। ਹੁਣ ਇਹ ਚੀਜ਼ ਨੂੰ ਸਮਝਣ ਵਾਸਤੇ ਵੀ ਕੀ ਆਈਡੀਆ ਜਿਹੜਾ ਉਹ ਕਿਉਂ ਜ਼ਰੂਰੀ ਆ, ਵੀ ਉਹ ਸਾਡੀ ਕਿਵੇਂ ਮਦਦ ਕਰਦਾ, ਆਪਾਂ ਇੱਕ ਉਦਾਹਰਨ ਹੋਰ ਲੈਂਦੇ ਹਾਂ। ਇੱਕ ਨਾ ਪਿਰਾਮਿਡਸ ਦੇ ਪੈਰਾਗ੍ਰਾਫ ਆ, ਉਹ ਪੇਪਰ 'ਚ ਆਇਆ ਹੋਇਆ ਹੈਗਾ ਰੀਡਿੰਗ ਚਾਈਲਡਸ ਦੇ। ਉਹ 'ਚ ਨਾ ਇੱਕ ਗੱਲ ਜੀ ਕਹੀ ਗਈ ਸੀ ਵੀ ਸਾਇੰਟਿਸਟਸ ਆਰ ਸੋਲਵਿੰਗ ਮਿਸਟਰੀ ਆਫ ਪਿਰਾਮਿਡਸ। ਵੀ ਸਾਇੰਟਿਸਟ ਨੇ ਉਹ ਲੱਗੇ ਹੋਏ ਨੇ ਪਿਰਾਮਿਡਸ ਦਾ ਰਹੱਸ ਜਾਣਨ ਲਈ, ਲੱਗੇ ਹੋਏ ਨੇ, ਕੰਮ ਕਰ ਰਹੇ ਨੇ। ਤੇ ਥੱਲੇ ਜਿਹੜਾ ਕੁਐਸਚਨ ਪੁੱਛਿਆ ਸੀ ਉਹ ਇਹ ਸੀ, ਇੱਥੇ ਵੀ ਚਲੋ ਅੱਗੇ ਪੈਰਾਗ੍ਰਾਫ ਤਾਂ ਹੋਰ ਹੁੰਦਾ ਹੀ, ਉਹ ਤਾਂ ਸਾਡੇ ਕੋਲ ਪੂਰਾ ਇੱਕ ਕੰਪਲੈਕਸ ਵਾਕ ਹੁੰਦਾ, ਆਪਾਂ ਇਹ ਮੇਨ ਗੱਲ ਸਮਝਣੀ ਆ। ਇੱਥੇ ਜਿਹੜਾ ਸਾਡੇ ਕੋਲ ਪ੍ਰਸ਼ਨ ਸੀ ਉਹ ਸੀ ਵੀ ਸਾਇੰਟਿਸਟ ਹੈਵ ਸੋਲਵਡ, ਅੱਗੇ ਅੱਗੇ ਜਾ ਕੇ। ਠੀਕ ਹੈ ਜੀ, ਵੀ ਸਾਇੰਟਿਸਟਸ ਨੇ ਉਹ ਜਿਹੜੀ ਰਹੱਸ ਆ, ਉਹ ਜਿਹੜੀ ਮਿਸਟਰੀ ਆ ਉਹ ਸੋਲਵ ਕਰਤੀ। ਥੱਲੇ ਇਹ ਲਿਖਿਆ ਹੋਇਆ ਸੀ। ਹੁਣ ਦੇਖੋ, ਮੰਨ ਲਓ ਆਪਾਂ ਇੱਥੇ ਕੀਵਰਡਸ ਸਾਰੇ ਕਰ ਲੈਂਦੇ ਹਾਂ ਹੈ ਨਾ, ਜਿੰਨੇ ਵੀ ਹੈਗੇ ਸਾਰੇ ਅੰਡਰਲਾਈਨ ਆਪਾਂ ਕਰ ਲਏ, ਸਰਕਲ ਕਰ ਲਏ, ਪਰ ਉਹਨਾਂ ਸਾਰਿਆਂ ਤੋਂ ਵੱਧ ਜ਼ਰੂਰੀ ਕੀ ਆ ਵੀ ਅਸੀਂ ਕੀ ਆਈਡੀਆ ਸਮਝੀਏ। ਤੇ ਹੁਣ ਜੇ ਆਪਾਂ ਜਿਹੜਾ ਆਪਾਂ ਨੂੰ ਪ੍ਰਸ਼ਨ ਪੁੱਛਿਆ ਉਹਦਾ ਆਪਾਂ ਕੀ ਆਈਡੀਆ ਨਾ ਸਮਝਿਆ, ਇੰਨਾ ਕੀ ਦੇਖ ਕੇ ਆਪਾਂ ਚੱਲ ਪਏ, ਤੇ ਆਪਾਂ ਜਿਹੜਾ ਉਹਦਾ ਟੈਂਸ ਆ ਜਿਸ ਕਾਲ 'ਚ ਗੱਲ ਹੋ ਰਹੀ ਆ ਉਹ ਨਾ ਸਮਝਿਆ, ਤਾਂ ਆਪਾਂ ਇਹਨੂੰ ਟਰੂ ਲਿਖ ਸਕਦੇ ਹਾਂ। ਠੀਕ ਹੈ ਜੀ, ਕਿਉਂਕਿ ਆਪਾਂ ਦੇਖਾਂਗੇ ਵੀ ਮਿਸਟਰੀ ਦੀ ਗੱਲ ਹੋ ਰਹੀ ਹੈ, ਪਿਰਾਮਿਡਸ ਦੀ ਗੱਲ ਹੋ ਰਹੀ ਹੈ, ਸੋਲਵ ਦੀ ਗੱਲ ਹੋ ਰਹੀ ਹੈ, ਸਾਇੰਟਿਸਟ ਦੀ ਗੱਲ ਹੋ ਰਹੀ ਆ। ਪਰ ਪੰਗਾ ਦੇਖੋ, ਇੱਥੇ ਲਿਖਿਆ ਆਰ ਸੋਲਵਿੰਗ ਪ੍ਰੈਜੈਂਟ ਕੰਟੀਨਿਊਸ ਆ, ਇੱਥੇ ਆ ਹੈਵ ਸੋਲਵਡ ਪ੍ਰੈਜੈਂਟ ਪਰਫੈਕਟ ਆ। ਇਹਦਾ ਮਤਲਬ ਹੋ ਗਿਆ ਵੀ ਉਹ ਹਜੇ ਹੱਲ ਕਰ ਰਹੇ ਆ, ਜਿਹੜਾ ਰਹੱਸ ਆ ਉਹਦਾ ਹੱਲ ਲੱਭ ਰਹੇ ਆ। ਇਹਦਾ ਮਤਲਬ ਹੋ ਗਿਆ ਵੀ ਉਹਨਾਂ ਨੇ ਹੱਲ ਲੱਭ ਲਿਆ, ਉਹ ਰਹੱਸ ਲੱਭ ਲਿਆ ਵੀ ਕੀ ਆ। ਕਿੰਨਾ ਜ਼ਿਆਦਾ ਫਰਕ ਆ ਗਿਆ। ਹੁਣ ਆਪਾਂ ਦੇਖੋ ਸੇਮ ਤਾਂ ਸਟੇਟਮੈਂਟ ਹੈ ਨਹੀਂ, ਕੰਟਰਾਡਿਕਸ਼ਨ ਆ ਗਈ ਨਾ, ਇਸ ਕਰਕੇ ਇਹ ਆਪਣੇ ਕੋਲੇ ਫਾਲਸ। ਆਪਾਂ ਕਾਹਲੀ ਕੋਈ ਨਹੀਂ ਕਰਨੀ, ਆਪਾਂ ਕੀ ਆਈਡੀਆ ਸਮਝਣਾ। ਤੇ ਜਿਹੜੀ ਆਪਣੀ ਗ੍ਰਾਮਰ ਆ ਉਹਨੂੰ ਆਪਾਂ ਕਦੇ ਇਗਨੋਰ ਨਹੀਂ ਕਰ ਸਕਦੇ, ਉਹ ਸਭ ਤੋਂ ਜ਼ਰੂਰੀ ਆ, ਸਭ ਤੋਂ ਇੰਪੋਰਟੈਂਟ ਆ। ਆਪਾਂ ਵਾਕ ਨੂੰ ਪੜ੍ਹਨਾ, ਫਿਰ ਉਹਨੂੰ ਸਮਝਣਾ ਵੀ ਉਹਦਾ ਕੀ ਆਈਡੀਆ ਕੀ ਆ, ਫਿਰ ਜਾ ਕੇ ਆਪਾਂ ਹੱਲ ਕਰ ਸਕਾਂਗੇ ਤੇ ਆਪਣਾ ਉੱਤਰ ਕਦੇ ਗਲਤ ਨਹੀਂ ਜਾਊਗਾ। ਹੁਣ ਅੱਗੇ ਦੇਖ ਲਓ, ਇੱਕ ਹੋਰ ਆਪਾਂ ਇਸੇ ਤਰੀਕੇ ਦੇ ਨਾਲ ਹੀ ਲਿੰਕ ਕਰ ਲੈਂਦੇ ਹਾਂ ਹੈ ਨਾ। ਹੁਣ ਮੰਨ ਲਓ ਆਪਾਂ ਕੋਈ ਆਪਣੇ ਕੋਲ ਸਟੇਟਮੈਂਟ ਸੀ, ਪੀਪਲ ਲਾਈਕ ਟੂ ਸਿਟ ਇਨ ਬਿਗ ਕਾਰਸ ਹੈ ਨਾ। ਲੋਕਾਂ ਨੂੰ ਵਧੀਆ ਲੱਗਦਾ ਗਾ ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠਣਾ, ਇਨ ਬਿਗ ਕਾਰਸ। ਉੱਥੇ ਮੰਨ ਲਓ ਆਪਾਂ ਨੂੰ ਜਿਹੜਾ ਕੁਐਸਚਨ ਆ ਗਿਆ ਉੱਥੇ ਇਨ ਦੀ ਥਾਂ 'ਤੇ ਆਉਣ ਲਾਤਾ, ਬਾਕੀ ਸਾਰਾ ਸੇਮ ਆ। ਪ੍ਰੈਪੋਜੀਸ਼ਨ ਚੇਂਜ ਹੋ ਗਈ, ਪ੍ਰੈਪੋਜੀਸ਼ਨ ਚੇਂਜ ਹੋ ਗਈ ਤਾਂ ਜਿਹੜਾ ਵਾਕ ਆ ਉਹਦਾ ਮਤਲਬ ਵੀ ਬਿਲਕੁਲ ਚੇਂਜ ਹੋ ਗਿਆ, ਉਹਦਾ ਵਾਕ ਉਲਟ ਹੋ ਗਿਆ। ਉੱਤੇ ਥੱਲੇ ਇਹੋ ਜਿਹੀਆਂ ਪ੍ਰੈਪੋਜੀਸ਼ਨ ਔਨ ਹੈ ਨਾ, ਅੰਡਰ, ਅਬਵ, ਬਿਲੋ, ਇਹ ਗੱਲਾਂ ਦਾ ਵੀ ਆਪਾਂ ਖਿਆਲ ਰੱਖਣਾ ਵੀ ਕਿਤੇ ਮਤਲਬ ਉਲਟ ਨਾ ਹੋ ਜਾਣ, ਫਿਰ ਗੱਲ ਸਾਡੀ ਫਾਲਸ ਹੋ ਜੂਗੀ। ਇਸ ਕਰਕੇ ਭਾਈ ਆਪਾਂ ਮੇਨ ਆਈਡੀਆ ਸਮਝਣਾ, ਕੀ ਆਈਡੀਆ ਸਮਝਣਾ। ਕੀਵਰਡਸ ਵੀ ਠੀਕ ਆ ਤੁਸੀਂ ਲੱਭ ਲਓ, ਪਰ ਨਾਲ ਕੀ ਆਈਡੀਆ ਤੇ ਪੂਰਾ ਆਪਦਾ ਧਿਆਨ ਰੱਖਿਓ। ਮੇਨ ਜ਼ਰੂਰੀ ਤਾਂ ਸਾਡਾ ਇਹੀ ਆ। ਠੀਕ ਹੈ ਜੀ। ਹੁਣ ਅਗਲੀ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਆ ਵੀ ਜਿਹੜੇ ਆਨਸਰਸ ਹੁੰਦੇ ਨੇ ਉਹ ਲੜੀਵਾਰ ਹੁੰਦੇ ਨੇ, ਤਰਤੀਬਵਾਰ ਹੁੰਦੇ ਨੇ। ਮੰਨ ਲਓ ਤੁਹਾਨੂੰ ਆ ਇੱਕ ਪੈਰਾਗ੍ਰਾਫ ਆ, ਇੱਥੋਂ ਤੁਹਾਨੂੰ ਪਹਿਲਾ ਉੱਤਰ ਲੱਭ ਗਿਆ ਤਾਂ ਦੂਜਾ ਉੱਤਰ ਇਹਦੇ ਅਗਲੀਆਂ ਲਾਈਨਸ 'ਚ ਹੋਊਗਾ, ਇਹਦੇ ਪਿੱਛੇ ਨਹੀਂ ਹੋ ਸਕਦਾ। ਤੁਸੀਂ ਤੀਜਾ ਉੱਤਰ ਇੱਥੋਂ ਲੱਭ ਲਿਆ, ਠੀਕ ਹੈ, ਆਹ ਪੈਰਾਗ੍ਰਾਫ ਆ ਕੋਈ, ਚੋਂ ਤੀਜਾ ਉੱਤਰ ਲੱਭ ਲਿਆ। ਜੇ ਚੌਥਾ ਉੱਤਰ ਲੱਭਣਾ ਤਾਂ ਥੱਲੇ ਨੂੰ ਆ ਜਾਓ, ਇਹ ਨਹੀਂ ਹੈਗਾ ਵੀ ਚੌਥਾ ਉੱਤਰ ਇੱਥੇ ਉੱਤੇ ਪਿਆ ਹੋਊਗਾ। ਆਨਸਰਸ ਹਮੇਸ਼ਾ ਆਰਡਰ 'ਚ ਹੀ ਹੁੰਦੇ ਨੇ। ਟਰੂ ਫਾਲਸ ਜਦੋਂ ਤੁਸੀਂ ਕਰਨਾ, ਇਹ ਗੱਲਾਂ ਦਾ ਖਿਆਲ ਰੱਖਣਾ। ਠੀਕ ਹੈ ਜੀ। ਹੁਣ ਅਗਲੀ ਗੱਲ ਆ ਗਈ ਸਭ ਤੋਂ ਜ਼ਰੂਰੀ, ਜਿਹੜੀ ਆਪਾਂ ਅਖੀਰ 'ਤੇ ਕਰ ਰਹੇ ਹਾਂ, ਉਹ ਇਹ ਆ ਵੀ ਆਪਾਂ ਜਾਲ 'ਚ ਫੇਰ ਨਹੀਂ ਫਸਣਾ। ਥਾਂ ਥਾਂ 'ਤੇ ਆਪਣੇ ਕੋਲ ਜਾਲ ਆਉਂਦੇ ਨੇ ਆਇਲਸ 'ਚ, ਇੱਥੇ ਵੀ ਟਰੂ ਫਾਲਸ 'ਚ ਵੀ ਆਪਣੇ ਕੋਲ ਜਾਲ ਹੁੰਦਾ, ਉਹ 'ਚ ਆਪਾਂ ਫਸਣਾ ਨਹੀਂ। ਸਾਡੇ ਕੋਲ ਕੰਪੈਰੀਜ਼ਨਸ ਹੁੰਦੇ ਨੇ, ਆਲ ਸ਼ਬਦ ਵਰਤਿਆ ਹੁੰਦਾ, ਸਮ, ਮੋਸਟ ਆਫ, ਮੈਜੋਰਿਟੀ ਤੇ ਸਿਨੋਨਿਮਸ। ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਖਿਆਲ ਰੱਖਣਾ। ਹੁਣ ਮੰਨ ਲਓ ਤੁਹਾਨੂੰ ਪੈਰਾਗ੍ਰਾਫ 'ਚ ਤਾਂ ਲਿਖਿਆ ਵੀ ਸਮ ਬॉयਜ਼ ਆਰ ਪਲੇਇੰਗ, ਕੁਛ ਕੁ ਮੁੰਡੇ ਖੇਡ ਰਹੇ ਨੇ, ਤੇ ਥੱਲੇ ਤੁਹਾਨੂੰ ਸਟੇਟਮੈਂਟ 'ਚ ਕਹਿਤਾ ਆਲ ਬॉयਜ਼ ਜਾਂ ਆਲ ਸਟੂਡੈਂਟਸ ਹੈ ਨਾ।
ਇਹ ਸ਼ਬਦ ਦਾ ਜਾਲ ਵਿਛਾਤਾ ਆਲ ਦਾ ਪੈ ਜਾਊਗਾ ਪੰਗਾ, ਤੇ ਆਪਾਂ ਇਹ ਜਾਲ 'ਚ ਫਸ ਕੇ ਉੱਤਰ ਗਲਤ ਕਰ ਦਾਂਗੇ। ਇਹ ਵੀ ਗੱਲ ਦਾ ਖਿਆਲ ਰੱਖਣਾ ਵੀ ਸਮ ਦਾ ਮਤਲਬ ਕੁਝ ਕੁ ਹੁੰਦਾ, ਆਲ ਦਾ ਮਤਲਬ ਸਾਰੇ ਕਵਰ ਹੋ ਗਏ, ਇਹ ਵੀ ਫਾਲਸ ਆ, ਇਹਨੇ ਉਲਟ ਗੱਲ ਕਹਿਤੀ। ਠੀਕ ਹੈ ਜੀ। ਹੁਣ ਮੋਸਟ ਆਫ ਮੈਜੋਰਿਟੀ, ਆਲ ਜਿਹੜਾ ਸ਼ਬਦ ਆ ਨਾ ਉਹਦਾ ਮਤਲਬ ਹੁੰਦਾ 100%, ਵੀ ਅਸੀਂ ਸਾਰਿਆਂ ਨੂੰ ਕਵਰ ਕਰ ਲਈਏ। ਮੋਸਟ ਆਫ ਦਾ ਮਤਲਬ ਜ਼ਿਆਦਾਤਰ, ਮੈਜੋਰਿਟੀ ਦਾ ਮਤਲਬ ਵੀ ਇਹੀ ਹੁੰਦਾ, ਸਮ ਦਾ ਮਤਲਬ ਕੁਝ ਕੁ, ਫਿਊ ਦਾ ਮਤਲਬ ਵੀ ਬਹੁਤ ਥੋੜੇ, ਹੈ ਨਾ। ਉਸ ਤੋਂ ਬਾਅਦ ਸਿਨੋਨਿਮਸ, ਇਹਨਾਂ ਦਾ ਵੀ ਖਿਆਲ ਰੱਖਣਾ। ਸਾਨੂੰ ਜਿਹੜਾ ਕੁਐਸਚਨ ਪੁੱਛਿਆ ਹੋਊਗਾ, ਜਦੋਂ ਅਸੀਂ ਉਹਨੂੰ ਪੈਰਾਗ੍ਰਾਫ 'ਚ ਲੱਭਾਂਗੇ ਉੱਥੇ ਕਿਸੇ ਸ਼ਬਦ ਦਾ ਸਿਨੋਨਿਮ ਵਰਤਿਆ ਹੋਊਗਾ ਤੇ ਆਪਾਂ ਉਲਝ ਜਾਾਂਗੇ ਵੀ ਹੋ ਸਕਦਾ ਇਹਦਾ ਮਤਲਬ ਪਤਾ ਨਹੀਂ ਕੀ ਹੋਊਗਾ। ਇਸ ਕਰਕੇ ਆਪਾਂ ਇਹਦਾ ਵੀ ਖਿਆਲ ਰੱਖਣਾ। ਮੰਨ ਲਓ ਪ੍ਰਸ਼ਨ 'ਚ ਸਾਨੂੰ ਕਿਹਾ ਹੈ ਨਾ ਹੈਪੀ ਜਾਂ ਗਲੈਡ ਕਹਿਤਾ, ਉੱਤੇ ਹੈਪੀ ਜਾਂ ਗਲੈਡ ਇਹਨਾਂ ਦੇ ਉਲਟ ਲਿਖਿਆ, ਇੱਥੇ ਹੈਪੀ ਆ ਗਿਆ ਤਾਂ ਉੱਤੇ ਗਲੈਡ ਲਿਖਿਆ, ਆਪਾਂ ਕਹਾਂਗੇ ਇੱਥੇ ਗਲੈਡ ਆ, ਹੈਪੀ ਤਾਂ ਹੈ ਨਹੀਂ, ਆਪਾਂ ਕੀਵਰਡ ਹੀ ਲੱਭੀ ਜਾਵਾਂਗੇ। ਆਪਾਂ ਸਿਨੋਨਿਮਸ ਦਾ ਵੀ ਖਿਆਲ ਰੱਖਣਾ ਵੀ ਇਹਦਾ ਮਤਲਬ ਸੇਮ ਹੈ, ਵੀ ਜਿਹੜੀ ਉਹ ਪੂਰੀ ਲਾਈਨ ਦਾ ਅਰਥ ਆ ਉਹਦਾ ਵੀ ਥੱਲੜੇ ਵਾਲਾ ਹੀ ਸੇਮ ਹੋ ਗਿਆ। ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਪੂਰਾ ਖਿਆਲ ਰੱਖਣਾ। ਇਹਨਾਂ ਸਾਰੀਆਂ ਗੱਲਾਂ ਦਾ ਜੇ ਆਪਾਂ ਖਿਆਲ ਰੱਖਾਂਗੇ ਤੇ ਕੀ ਆਈਡੀਆ ਤੇ ਫੋਕਸ ਕਰਾਂਗੇ, ਟਰੂ ਫਾਲਸ ਸਾਡੇ ਕਦੇ ਗਲਤ ਨਹੀਂ ਹੋਣੇ, ਅਸੀਂ ਬਿਲਕੁਲ ਵਧੀਆ ਸਕੋਰ ਕਰਾਂਗੇ। ਉਮੀਦ ਕਰਦੇ ਹਾਂ ਕਿ ਅੱਜ ਵਾਲਾ ਤੁਹਾਨੂੰ ਇਹ ਬੜਾ ਵਧੀਆ ਸਮਝ ਆਇਆ ਹੋਊਗਾ। ਫਿਰ ਵੀ ਜੇ ਕੋਈ ਡਾਊਟ ਜਾਂ ਕਨਫਿਊਜ਼ਨ ਆ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।